ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਏ ਤੇ ਗੱਲਾਂ ਕਰਦਾ ਏ। ਖੁਦਾ ਦਾ ਬੰਦਾ ਦਾਊਦ ਇੱਕ ਬੜਾ ਹੀ ਅੱਛਾ ਫੈਸਲਾ ਕਰਦਾ ਹੈ ਤੇ ਕਹਿੰਦਾ ਮੈਂ ਗੱਲ ਖੁਦਾ ਦੀ ਸੁਣਾਂਗਾ। ਪਹਿਲਾ ਸਲਾਤੀਨ 2 ਬਾਪ ਨੂੰ ਪੜੋ ਤੇ ਫਿਰ ਉਹ ਆਪਣੇ ਪੁੱਤਰ ਨੂੰ ਬੁਲਾ ਕੇ ਸੁਲੇਮਾਨ ਨੂੰ ਕਹਿੰਦਾ ਮੇਰੇ ਮਰਨ ਦੇ ਦਿਨ ਲਾਗੇ ਆ ਗਏ ਨੇ ਤੇ ਮੈਂ ਉਸ ਰਾਹ ਤੇ ਜਾਣ ਵਾਲਾ ਜਿਹੜਾ ਸਾਰਿਆਂ ਦਾ ਹੈ ਤੇ ਉਸ ਨੂੰ ਕਹਿੰਦਾ ਪੁੱਤਰਾ ਮਰਦਾਨਗੀ ਦਿਖਾਵੀਂ। ਉਹ ਗੱਲਾਂ ਉਹ ਐਨ ਉਹ ਰਸਮ ਸ਼ਹਾਦਤ ਦਾ ਹੁਕਮ ਜਿਹੜੇ ਉਸਨੇ ਆਪਣੇ ਬੰਦਾ ਮੂਸਾ ਦੀ ਮਾਰਫਤ ਸਾਡੇ ਤੱਕ ਘੱਲੇ ਨੇ ਉਹਨਾਂ ਨੂੰ ਸਦਾ ਮੰਨਣ ਵਿੱਚ ਇਤਿਆਦ ਕਰੀ ਤੇ ਫਿਰ ਜਿੱਥੇ ਕਿਤੇ ਤੂੰ ਜਾਵੇਂਗਾ ਕਾਮਯਾਬ ਹੋਵੇਂਗਾ। ਸੋ ਉਹਦੇ ਮੂੰਹ ਦੀਆਂ ਗੱਲਾਂ ਸਾਨੂੰ ਕਾਮਯਾਬ ਕਰਦੀਆਂ ਨੇ। ਜਿੱਥੇ ਕਿਤੇ ਵੀ ਚਲੇ ਜਾਂਦੇ ਆ ਉਹਦਾ ਕਲਾਮ ਸਾਨੂੰ ਕਾਮਯਾਬ ਕਰਦਾ। ਤੇ ਇਹੋ ਹੀ ਕਲਾਮ ਜਿਹੜਾ ਖੁਦਾ ਦੇ ਮੂੰਹ ਚੋਂ ਨਿਕਲਿਆ ਅਮਸਾਲ 23 ਬਾਪ 16 ਚ ਲਿਖਿਆ ਹੈ ਇਹੋ ਹੀ ਕਲਾਮ ਜਦੋਂ ਤੇਰੇ ਮੂੰਹ ਚੋਂ ਨਿਕਲੇਗਾ ਮੇਰਾ ਦਿਲ ਸ਼ਾਦਮਾਨ ਹੋ ਜਾਏਗਾ। ਅਯੂਬ 23 ਬਾਪ 12 ਚ ਲਿਖਿਆ ਹੈ ਮੈਂ ਉਸ ਦੇ ਲਬਾਂ ਦੇ ਹੁਕਮਾਂ ਤੋਂ ਹਟਿਆ ਨਹੀਂ। ਮੈਂ ਜ਼ਰੂਰੀ ਖੁਰਾਕ ਤੋਂ ਜ਼ਿਆਦਾ ਉਸ ਦੇ ਮੂੰਹ ਦੀਆਂ ਗੱਲਾਂ ਦਾ ਜ਼ਖੀਰਾ ਕੀਤਾ। ਇਸ ਦਾ ਜ਼ਖੀਰਾ ਕਰਨਾ ਔਰ ਇਸ ਨੂੰ ਫਿਰ ਵੰਡਣਾ ਤੇ ਇਸ ਤਰ੍ਹਾਂ ਵੰਡਣਾ ਕਿ ਉਸ ਦੇ ਪੁੱਤਰ ਨੇ ਮਤੀ 10 ਬਾਪ 27 ਚ ਆਖਿਆ ਜਿਸ ਗੱਲ ਦਾ ਨੇਰੇ ਚ ਪਤਾ ਲੱਗਦਾ ਜਾਲੇ ਚ ਕਰ ਜਿਹੜੀ ਕੰਨ ਚ ਪੈਂਦੀ ਕੋਠੇ ਤੇ ਚੜ ਜਾ ਕੋਠੇ ਤੇ ਕੋਠੇ ਤੇ ਚੜ ਕੇ ਮਨਾਦੀ ਕਰ। ਵੰਡ ਇਸ ਦੌਲਤ ਨੂੰ। ਕਿਉਂਕਿ ਪਹਿਲਾ ਕਰੰਥੀ ਪਹਿਲਾ ਬਾਪ 4 ਤੋਂ ਪੜ੍ਹੀਏ ਤੇ ਲਿਖਿਆ ਮਿਲਦਾ ਹੈ ਮੈਂ ਖੁਦਾਵੰਦ ਦੇ ਉਸ ਫਜ਼ਲ ਦੇ ਬਾਅਦ ਜਿਹੜਾ ਮਸੀਹ ਯਸੂ ਵਿੱਚ ਹੁੰਦਿਆਂ ਹੋਇਆਂ ਕਹਿੰਦਾ ਤੁਹਾਡੇ ਉੱਤੇ ਹੋ ਗਿਆ ਕਿ ਤੁਸੀਂ ਕਲਾਮ ਤੇ ਇਲਮ ਦੀ ਦੌਲਤ ਦੇ ਵਿੱਚ ਦੌਲਤਮੰਦ ਬਣ ਗਏ ਹੋ ਤੇ ਮਸੀਹ ਦੀ ਗਵਾਹੀ ਤੁਹਾਡੇ ਵਿੱਚ ਕਾਇਮ ਹੋਈ। ਇੱਥੋਂ ਤੱਕ ਕਿ ਤੁਸੀਂ ਕਿਸੇ ਨਿਯਮਤ ਚ ਘੱਟ ਨਹੀਂ ਗਏ ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਜ਼ਹੂਰ ਦੇ ਮੁੰਤਜ਼ਰ ਹੋ। ਕਿਆ ਅਸੀਂ ਕਹਿੰਦੇ ਨਹੀਂ ਤੂੰ ਸਾਡਾ ਪਿਓ ਹੈ, ਤੂੰ ਅਸਮਾਨ ਤੇ ਰਹਿਣਾ। ਅਸਮਾਨ ਉੱਤੇ ਤੇਰੀ ਮਰਜ਼ੀ ਪੂਰੀ ਹੁੰਦੀ ਜ਼ਮੀਨ ਉੱਤੇ ਵੀ ਹੋਵੇ। ਤੇਰੀ ਬਾਦਸ਼ਾਹੀ ਆਵੇ। ਉਹ ਅਸੀਂ ਮੁੰਤਜ਼ਰ ਹੀ ਹਾਂ ਤੇ ਬਾਦਸ਼ਾਹੀ ਨੂੰ ਉਡੀਕਣ ਡਏ ਕਿ ਆ ਜਾ ਸਾਨੂੰ ਇੱਥੋਂ ਲੈ ਜਾ। ਤੇਰੀ ਬਾਦਸ਼ਾਹੀ ਆਵੇ ਤੇ ਉਸ ਬਾਦਸ਼ਾਹ ਨੇ ਤੇ ਫਿਰ ਆ ਜਾਣਾ। ਇਸ ਕਰਕੇ ਇਸ ਤੋਂ ਪਹਿਲਾਂ ਕਿ ਉਹ ਆ ਜਾਵੇ ਪੌਲੁਸ ਰਸੂਲ ਨੇ ਤਿਮੋਥੀਉਸ ਨੂੰ ਜਦੋਂ ਦੂਸਰਾ ਖਤ ਲਿਖਿਆ 4 ਬਾਪ ਤੇ ਉਹਦੀ ਪਹਿਲੀ ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਉਹਨੇ ਆਖਿਆ ਖੁਦਾਵੰਦ ਯਿਸੂ ਮਸੀਹ ਦੀ ਆਮਦ, ਉਸ ਦਾ ਜ਼ਹੂਰ, ਉਸ ਦੀ ਬਾਦਸ਼ਾਹੀ, ਅਦਾਲਤ ਤੇ ਸੱਚੀ ਅਦਾਲਤ ਨੂੰ ਕਹਿੰਦਾ ਗਵਾਹ ਕਰਕੇ ਮੈਂ ਕਹਿੰਦਾ ਤੈਨੂੰ ਤਕੀਦ ਕਰਨਾ। ਤੈਨੂੰ ਤਕੀਦ ਤੇ ਤਕੀਦ ਕੀ ਕਰਦਾ ਹੈ ਕਹਿੰਦਾ ਕਲਾਮ ਦੀ ਮਨਾਦੀ ਕਰ ਕਲਾਮ ਦੀ ਤੇ ਵਕਤ ਬੇਵਕਤ ਇੰਨੀ ਦੌੜ ਲਾ ਦੇ ਕਿ ਵਕਤ ਬੇਵਕਤ ਮੁਸਤਦ ਰਹਿ। ਹਰ ਤਰ੍ਹਾਂ ਤਹਮਲ ਨਾ, ਤਾਲੀਮ ਨਾ, ਮਲਾਮਤ ਨਾ, ਨਸੀਹਤ ਨਾ। 4 ਤਰ੍ਹਾਂ ਦੀ ਤਾਲੀਮ ਦੱਸੀ ਹੋਈ। ਇੱਕ ਤਰ੍ਹਾਂ ਦੀ ਇਹ ਕਬੂਲ ਕਰਨੇ ਆ ਤਹਮਲ ਨੂੰ, ਪਰ ਉਹਨੇ ਆਖਿਆ ਹੈ ਹਰ ਤਰ੍ਹਾਂ ਤਹਮਲ ਨਾ ਤੇ ਤਾਲੀਮ ਨਾ।
ਤਲੀਮ ਹੀ ਨਹੀਂ ਸਾਨੂੰ ਚੰਗੀ ਲੱਗਦੀ। ਮਲਾਮਤ ਨਾ ਤੇ ਨਸੀਹਤ ਨਾ ਸਮਝਾ ਦੇ ਲੋਕਾਂ ਨੇ ਸਹੀ ਤਲੀਮ ਦੀ। ਤਲੀਮ ਵੀ ਚੰਗੀ ਨਹੀਂ ਲੱਗਦੀ, ਲੇਕਿਨ ਉਹਨੇ ਆਖਿਆ ਤਲੀਮ ਨਾ ਸਮਝਾ ਦੇ। ਲੋਕਾਂ ਨੇ ਸਹੀ ਤਲੀਮ ਦੀ ਬਰਦਾਸ਼ਤ ਨਹੀਂ ਉਹ ਕਰਨਾ, ਬਲਕਿ ਕੰਨਾਂ ਦੀ ਖੁਜਲੀ ਦੇ ਬਾਇਸ ਖੁਆਇਸ਼ਾਂ ਦੇ ਮੁਤਾਬਕ ਉਸਤਾਦ ਬਣਾਉਣੇ ਨੇ। ਪਰ ਤੂੰ ਸਾਰੀਆਂ ਗੱਲਾਂ 'ਚ ਹੁਸ਼ਿਆਰ ਰਹਿ। ਦੁੱਖ ਉਠਾ, ਇਹ ਸੁਣਾਉਣ ਲੱਗਿਆ ਕਿ ਇਹ ਦੁੱਖ ਨਹੀਂ ਤੇ ਦੁੱਖ ਹੈ। ਉਹ ਕਹਿੰਦਾ ਦੁੱਖਾਂ ਨੂੰ ਉਠਾ, ਚੁੱਕ ਦੁੱਖਾਂ ਨੂੰ। ਖਿਦਮਤ ਦਾ ਕੰਮ ਅੰਜਾਮ ਦੇ। ਦੁੱਖ ਉਠਾਉਣੇ ਪੈਣਗੇ, ਕਲਾਮ ਦੀ ਗੱਲ ਕਰਨੀ ਪਵੇਗੀ। ਇਹ ਫਿਰ ਅਮਸਾਲ 23 ਬਾਬ ਤੇ 16 'ਚ ਲਿਖਿਆ ਹੈ। ਰੱਬ ਕਹਿੰਦਾ ਜਦੋਂ ਤੇਰੇ ਮੂੰਹ 'ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਉਸ ਵੇਲੇ ਮੇਰਾ ਦਿਲ ਸ਼ਾਦਮਾਨ ਹੋਏਗਾ, ਕਿਉਂਕਿ ਜ਼ਬੂਰ 119 ਦੀ 160 'ਚ ਲਿਖਿਆ ਤੇਰੇ ਕਲਾਮ ਦਾ ਖੁਲਾਸਾ ਸੱਚਾਈ ਹੈ। ਕਲਾਮ ਨੂੰ ਬੋਲੀ, ਕਲਾਮ ਨੂੰ ਬਾਹਰ ਗੱਲ ਨਾ ਕਰੀ। ਇਸੇ ਕਰਕੇ ਲੂਕਾ ਪਹਿਲਾ ਬਾਬ ਤੇ ਪਹਿਲੀ ਐ 'ਚ ਲਿਖਿਆ ਹੁਣ ਬਹੁਤ ਸਾਰੇ ਲੋਕਾਂ ਨੇ ਕਮਰ ਨੂੰ ਬੰਨ ਲਿਆ ਹੈ ਕਿ ਜਿੱਦਾਂ ਤਰਤੀਬਵਾਰ ਕਲਾਮ ਹੈ ਉਸੇ ਤਰ੍ਹਾਂ ਬਿਆਨ ਕਰੀਏ। ਤੀਤਸ 2 ਬਾਬ ਦੀ ਪਹਿਲੀ ਐ 'ਚ ਵੀ ਲਿਖਿਆ ਤੂੰ ਸਹੀ ਗੱਲਾਂ ਬਿਆਨ ਕਰ ਜਿਹੜੀਆਂ ਕਲਾਮ ਦੇ ਮੁਤਾਬਕ ਨੇ। ਦੂਸਰਾ ਤਵਾਰੀਖ 29 ਬਾਬ ਦੀ 11 'ਚ ਲਿਖਿਆ ਪੁੱਤਰੋ ਹੁਣ ਤੁਸੀਂ ਗਾਫਲ ਨਾ ਰਹੋ। ਉਹ ਕਹਿੰਦਾ ਮੈਂ ਤੈਨੂੰ ਚੁਣ ਲਿਆ, ਮੇਰੇ ਹਜ਼ੂਰ ਖੜੇ ਹੋ ਜਾਓ, ਮੇਰੇ ਖਾਦਮ ਬਣ ਜਾਓ, ਤੁਸੀਂ ਬਖੂਰ ਜਲਾਓ। ਕਹਿੰਦਾ ਤੁਸੀਂ ਬਖੂਰ ਜਲਾਓ। ਬਈ ਬਖੂਰ ਤੇ ਜਲਾ ਹੀ ਲੈਂਦੇ ਆ ਅਗਲੇ ਨੂੰ, ਕਿਉਂਕਿ ਉਹ ਬਖੂਰ ਆਪ ਜਲ ਜਾਂਦਾ ਹੈ, ਸੁਆਹ ਬਣ ਜਾਂਦਾ ਹੈ। ਦੂਸਰਾ ਕਰੰਥੀ 12 ਬਾਬ 14 ਤੇ 15 ਐਤ ਨੂੰ ਕਿਤੇ ਪੜ੍ਹੋ। ਰਸੂਲ ਕਹਿੰਦਾ ਮੈਂ ਤੀਜੀ ਵਾਰੀ ਤੁਹਾਡੇ ਕੋਲ ਆਉਣਾ, ਪਰ ਤੁਹਾਡੇ ਤੇ ਬੋਝ ਨਹੀਂ ਬਣਾਂਗਾ। ਲੜਕਿਆਂ ਨੂੰ ਮਾਂ ਪਿਓ ਲਈ ਜਮ੍ਹਾਂ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਬਲਕਿ ਮਾਂ ਪਿਓ ਨੂੰ। ਤੇ ਮੈਂ ਤੁਹਾਡੇ ਮਾਲ ਨੂੰ ਨਹੀਂ ਚਾਹੁੰਦਾ ਕਿ ਮੈਂ ਆਉਣਾ ਤੇ ਤੁਸੀਂ ਮੈਨੂੰ ਹਦੀਆ ਦਿੰਦੇ ਹੋ। ਮੈਂ ਤੁਹਾਡੇ ਮਾਲ ਨੂੰ ਨਹੀਂ ਚਾਹੁੰਦਾ, ਮੈਂ ਤਾਂ ਤੁਹਾਨੂੰ ਚਾਹੁੰਦਾ। ਤੇ ਮੈਂ ਮਾਂ ਵੀ ਹਾਂ ਤੇ ਮੈਂ ਪਿਓ ਵੀ ਹਾਂ। ਇਸ ਕਰਕੇ ਮੈਂ ਆਪਣੇ ਆਪ ਨੂੰ ਤੁਹਾਡੇ ਤੇ ਖਰਚ ਕਰਨਾ ਚਾਹੁੰਦਾ, ਬਲਕਿ ਖੁਦ ਖਰਚ ਹੋ ਜਾਵਾਂਗਾ। ਜਿਸ ਤਰ੍ਹਾਂ ਬਖੂਰ ਸਵਾ ਬਣ ਜਾਂਦਾ, ਖਰਚ ਹੋ ਜਾਂਦਾ, ਜਲ ਜਾਂਦਾ ਹੈ, ਇਸ ਤਰ੍ਹਾਂ ਰਸੂਲ ਕਹਿੰਦਾ ਮੈਂ ਖੁਦ ਖਰਚ ਹੋ ਜਾਵਾਂਗਾ, ਖਤਮ ਹੋ ਜਾਵਾਂਗਾ। ਕਿਉਂ ਕਹਿੰਦਾ ਹੈ? ਕਿਉਂਕਿ ਪਹਿਲਾ ਪਤਰਸ ਪਹਿਲਾ ਹੀ ਬਾਬ 9 ਐ 'ਚ ਲਿਖਿਆ ਸਾਡੇ ਤੇ ਈਮਾਨ ਦਾ ਮਕਸਦ ਹੀ ਰੂਹਾਂ ਦੀ ਨਿਜਾਤ ਹੈ, ਰੂਹਾਂ ਬਚਾਉਣੀਆਂ। ਆਓ ਅੱਜ ਵੇਲੇ ਆਪਣੇ ਆਪ ਨੂੰ ਖਰਚ ਕਰ ਦਈਏ। ਬਖੂਰ ਖੁਸ਼ਬੂ ਬਣਦਾ ਹੈ। ਦੂਸਰਾ ਕਰੰਥੀ 2 ਬਾਬ ਉਹਦੀ 14 'ਚ ਲਿਖਿਆ ਉਹ ਸਾਨੂੰ ਅਸੀਰ ਕਰਦਾ ਹੈ, ਸਾਨੂੰ ਫੜਦਾ ਹੈ ਤੇ ਆਪਣੇ ਇਲਮ ਦੀ ਖੁਸ਼ਬੂ ਨੂੰ ਸਾਡੇ ਵਸੀਲੇ ਦੁਨੀਆ ਤੱਕ। ਉਹ ਭਰਾਓ ਇਸ ਧੂਏ ਨੂੰ ਨਹੀਂ ਉਹ ਅੱਜ ਖੁਸ਼ਬੂ ਬਣਾ ਕੇ ਦਿੰਦੇ ਫਿਰਨਾ। ਉਹ ਲਿਖਿਆ ਆਪਣੇ ਕਲਾਮ ਤੇ ਇਲਮ ਦੀ ਖੁਸ਼ਬੂ ਨੂੰ ਸਾਡੇ ਵਸੀਲੇ ਲੋਕਾਂ ਤੱਕ ਪਹੁੰਚਾਉਂਦਾ ਹੈ। ਤੇ ਇਸੇ ਕਰਕੇ ਲਿਖਿਆ ਹੈ ਪਹਿਲਾ ਕਰੰਥੀ ਪਹਿਲਾ ਬਾਬ 4 ਐਤ ਤੋਂ ਪੜ੍ਹ ਰਹੇ ਸੀ ਕਿ ਮੈਂ ਖੁਦਾ ਦੇ ਉਸ ਫਜ਼ਲ ਦੇ ਬਾਅਦ ਜਿਹੜਾ ਮਸੀਹ ਯਿਸੂ ਵਿੱਚ ਹੁੰਦੇ ਆ ਤੁਹਾਡੇ ਤੇ ਹੋ ਗਿਆ। ਆਪਣੇ ਰੱਬ ਦਾ ਸ਼ੁਕਰ ਕਰਨਾ ਕਿ ਤੁਸੀਂ ਉਸ ਦੇ ਵਿੱਚ ਹੋ ਕੇ ਕਲਾਮ ਤੇ ਇਲਮ ਦੀ ਦੌਲਤ ਵਿੱਚ ਦੌਲਤਮੰਦ ਬਣ ਗਏ ਹੋ ਤੇ ਮਸੀਹ ਦੀ ਗਵਾਹੀ ਤੁਹਾਡੇ 'ਚ ਕਾਇਮ ਹੋਈ। ਇੱਥੋਂ ਤੱਕ ਕਿ ਤੁਸੀਂ ਕਿਸੇ ਨਿਯਮਤ ਦੇ ਵਿੱਚ ਘੱਟ ਨਹੀਂ ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਜ਼ਹੂਰ ਦੇ ਮੁੰਤਜ਼ਰ ਹੋ, ਜਿਹੜਾ ਆਖਰ ਤੱਕ ਉਹ ਗਵਾਹੀ, ਉਹ ਕਲਾਮ ਜਿਹੜਾ ਸੁਣਾ ਰਹੇ ਹੋ, ਇਹ ਤੁਹਾਨੂੰ ਕਾਇਮ ਵੀ ਰੱਖੇਗਾ। ਤੇ ਉਸ ਦਿਨ ਜਿਸ ਦਿਨ ਉਹ ਆ ਜਾਏਗਾ ਤੁਸੀਂ ਬੇਇਲਜ਼ਾਮ ਠਹਿਰੋਗੇ, ਕਿਉਂਕਿ ਸਾਡੇ ਤੇ ਇਲਜ਼ਾਮ ਲੱਗੇਗਾ
ਕੀ ਲੱਗੇਗਾ? ਤੇਰੇ ਕੋਲ ਮੂੰਹ ਐ ਨਹੀਂ ਸੀ, ਹੈਗਾ ਸੀ ਜੀ ਮੂੰਹ, ਜ਼ਬਾਨ ਵੀ ਹੈਗੀ ਸੀ, ਗੱਲਾਂ ਕਰ ਲੈਂਦਾ ਸੀ। ਤੇ ਖੁਦਾ ਕਹੇਗਾ, ਜਦੋਂ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਨਿਕਲ ਆਉਂਦੀਆਂ, ਮੇਰਾ ਦਿਲ ਨਾ ਸ਼ਾਦਮਾਨ ਹੁੰਦਾ। ਜੇ ਤੂੰ ਕਲਾਮ ਦੀਆਂ ਗੱਲਾਂ ਕਰ ਲੈਂਦਾ, ਤੇ ਆਓ ਫਿਰ ਕਲਾਮ ਦੀਆਂ ਗੱਲਾਂ ਕਰ ਲਈਏ, ਚੰਗੇ ਰਹਿ ਜਾਣਗੇ। ਖੁਦਾਵੰਦ ਤੇਰਾ ਖਾਦਮ ਹੁੰਦੇ, ਜਿਹੜਾ ਕਲਾਮ ਤੂੰ ਮੈਨੂੰ ਦਿੱਤਾ ਹੈ, ਉਸ ਕਲਾਮ ਨੂੰ ਪੂਰੀ ਦਿਆਨਦਾਰੀ ਨਾਲ ਮੈਂ ਤੇਰੇ ਲੋਕਾਂ ਤੱਕ ਪਹੁੰਚਾ ਦਿੱਤਾ ਹੈ। ਹੁਣ ਤੇਰੇ ਮੈਂ ਲੋਕਾਂ ਲਈ ਦਲੇਰੀ ਦੀ ਰੂਹ ਨੂੰ ਮੰਗਣਾ ਹੈ। ਤੇਰੇ ਲੋਕ ਆਪਣੀ ਕਮਰ ਨੂੰ ਕੱਸਣ ਤੇ ਜਿੱਦਾਂ ਤਰਤੀਬਵਾਰ ਕਲਾਮ ਹੈ ਉਸ ਤਰ੍ਹਾਂ ਬਿਆਨ ਕਰਨ, ਕਿਉਂਕਿ ਤੂੰ ਆਖਿਆ, ਪੁੱਤਰੋ ਹੁਣ ਤੁਸੀਂ ਗਾਫਲ ਨਾ ਰਹੇ ਹੋ, ਮੈਂ ਤੁਹਾਨੂੰ ਚੁਣ ਲਿਆ, ਮੇਰੇ ਹਜ਼ੂਰ ਖੜੇ ਹੋ, ਮੇਰੇ ਖਾਦਮ ਬਣੋ। ਤੇਰੇ ਲੋਕ ਤੇਰੇ ਖਾਦਮ ਬਣਨ, ਤੇਰੇ ਪਿੱਛੇ ਹੋਣ, ਕਿਉਂਕਿ ਤੇਰੇ ਪੁੱਤਰ ਨੇ ਯਹੋਨਾ 12 ਬਾਪ ਉਹਦੀ 26 ਹੈ ਚ ਕਿ ਅਗਰ ਕੋਈ ਮੇਰੀ ਖਿਦਮਤ ਕਰਦਾ ਤੇ ਉਹ ਮੇਰੇ ਪਿੱਛੇ ਹੋਵੇ। ਫਿਰ ਜਿੱਥੇ ਹੁਣ ਤੇਰੇ ਪੁੱਤਰ ਨੇ ਆਖਿਆ ਮੈਂ ਆਵਾਂਗਾ, ਉੱਥੇ ਮੇਰਾ ਖਾਦਮ ਹੋਏਗਾ। ਤੇਰੇ ਬੇਟੇ ਨੇ ਆਖਿਆ ਮੇਰਾ ਬਾਪ ਉਹਦੀ ਇੱਜ਼ਤ ਕਰੇਗਾ। ਬਾਪ, ਤੂੰ ਤੇ ਸਾਡੀ ਇੱਜ਼ਤ ਕਰਨਾ ਚਾਹੁੰਦਾ ਹੈ। ਸਾਨੂੰ ਤਫੀਕ ਦੇ ਕੇ ਅਸੀਂ ਇੰਜੀਲੀ ਬਨਾਤ ਬਣੀਏ, ਹੱਕ ਦੀ ਬੋਲੀ ਬੋਲੀਏ, ਝੂਠੇ ਅੰਬੋਆਂ ਗੁਰੂਆਂ ਡਿਨਾਮੀਨੇਸ਼ਨਾਂ ਟੋਲਿਆਂ ਤੋਂ ਭੇਡਾਂ ਨੂੰ ਆਜ਼ਾਦ ਕਰਵਾਈਏ, ਤਾਂ ਕਿ ਉਹ ਅੰਜੀਲੀ ਮਨਾਤ ਬਣਨ। ਇਹ ਸਭ ਕੁਝ ਮੰਗਣਾ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਭਲਿਓ, ਕਲਾਮ ਨੂੰ ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ, ਤਾਂ ਕਿ बर वक्त खुदा ਦਾ ਕਲਾਮ ਤੁਹਾਡੇ ਤੱਕ ਪਹੁੰਚੇ, ਤੁਹਾਨੂੰ ਹੁਸ਼ਿਆਰ ਕਰੇ, ਬੇਦਾਰ ਕਰੇ, ਔਰ ਤੁਸੀਂ ਬਰਕਤ ਪਾਓ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਬਰਕਤ ਪਾਉਣ। ਖੁਦਾ ਤੁਹਾਨੂੰ ਬਰਕਤ ਦੇ।